ਹੋਵੇਗੀ ਉਹਨਾਂ ਦੀ ਜਿਨ੍ਹਾਂ ਨੇ ਜਾਨ ਕੁਰਬਾਨ ਕਰ ਦਿੱਤੀ। ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਪੰਜਾਬ ਦੇ ਤਿੰਨੇ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਜੱਦੀ ਪਿੰਡ ਪਹੁੰਚ ਚੁੱਕੀਆਂ ਨੇ। ਦੇਸ਼ ਦੇ ਲਈ ਕੁਰਬਾਨ ਹੋਣ ਵਾਲੇ ਬਹਾਦਰ ਸਪੂਤਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਸੈਲਾਬ ਉਮੜ ਆਇਆ ਹੈ। ਭਾਰਤ ਮਾਤਾ ਦੀ ਜੈ ਦੇ ਨਾਰੇ ਗੂੰਜ ਰਹੇ ਨੇ। ਅੰਤਿਮ ਦਰਸ਼ਨਾਂ ਦੇ ਲਈ ਹਰ ਸ਼ਖਸ ਜੋ ਪਹੁੰਚ ਰਿਹਾ ਉਸ ਦੀਆਂ ਅੱਖਾਂ ਨਮ ਨਜ਼ਰ ਆਉਂਦੀਆਂ ਨੇ। सोमवार ਨੂੰ जो कुछ होया सी पुंछ ਦੇ ਵਿੱਚ ਇਨਕਾਊਂਟਰ ਹੁੰਦਾ ਹੈ ਪੁੰਛ ਸੈਕਟਰ ਦੇ ਵਿੱਚ ਤੇ ਉੱਥੇ 5 ਜਵਾਨ ਦੇਸ਼ ਦੇ ਸ਼ਹੀਦ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ 3 ਜਵਾਨ ਪੰਜਾਬ ਦੇ ਸਨ। ਤਾਂ ਨੂਰਪੁਰ ਬੇਦੀ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇੱਕ ਮਾਫੀ ਚਾਹੂੰਗਾ ਮਾਨਾ ਤਲਵੰਡੀ ਕਪੂਰਥਲਾ ਤੋਂ ਇਹ ਤਸਵੀਰਾਂ। ਇੱਕ ਜਵਾਨ ਜਿਹੜਾ ਕਪੂਰਥਲਾ ਦੇ ਰਹਿਣ ਵਾਲੇ ਸਨ, ਇੱਕ ਰੋਪੜ ਦੇ ਨੂਰਪੁਰ ਬੇਦੀ ਦੇ, ਜਦਕਿ ਇੱਕ ਬਟਾਲਾ ਦੇ ਰਹਿਣ ਵਾਲੇ ਸਨ, ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਤਾਲੁਕ ਰੱਖਦੇ ਸੀ। ਤਾਂ ਕੁਰਬਾਨੀ ਲਾਜ਼ਮੀ ਤੌਰ ਤੇ ਯਾਦ ਰਹੇਗੀ। ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨੂੰ ਆਖਰੀ ਸਲਾਮ ਅੱਜ ਕੀਤਾ ਜਾ ਰਿਹਾ। ਮ੍ਰਿਤਕ ਦੇਹਾਂ ਉਹਨਾਂ ਦੇ ਘਰਾਂ ਪਹੁੰਚੀਆਂ ਨੇ। ਰੁਕ ਕਰਦੇ ਹਾਂ ਅਸੀਂ ਨੂਰਪੁਰ ਬੇਦੀ ਦਾ। ਸਾਡੇ ਸਹਿਯੋਗੀ ਮਨੋਜ ਸਾਡੇ ਨਾਲ ਨੇ। ਮਨੋਜ, मैं कोशिश करांगा दोबारा गलबात हो सके अपने सहयोगी मनोज दे नाल एक बार फिर तो कुर्बानी याद रहेगी। इस समय माहौल की है, बड़ियां शख्सियतां उत्थे पहुंचिया हुई ने। इलाके दे विच सोग दी लहर है। 5 जवान देश दे शहीद हुए ने। ये तस्वीरां असीं तुहानूं दिखा रहे हैं। जसविंदर सिंह अमर रहे दे नारे गूंजदे उत्थे नजर आए ने। ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਨਾਇਕ ਮਨਦੀਪ ਸਿੰਘ, ਨੂਰਪੁਰ ਬੇਦੀ ਦੇ ਸਿਪਾਹੀ ਗੱਜਣ ਸਿੰਘ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਨਾਲ ਤਾਲੁਕ ਰੱਖਣ ਵਾਲੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਅੰਤਿਮ ਵਿਦਾਈ ਉਹਨਾਂ ਨੂੰ ਦਿੱਤੀ ਜਾ ਰਹੀ ਹੈ। 3 ਜਵਾਨਾਂ ਨੇ ਆਪਣੀ ਜਾਨ ਦੇਸ਼ ਦੇ ਲਈ ਕੁਰਬਾਨ ਕਰ ਦਿੱਤੀ ਤੇ ਉੱਥੇ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਹ ਜ਼ਰੂਰੀ ਹੈ ਕਿ ਇਹ ਪੂਰਾ ਜਿਹੜਾ ਉਹਨਾਂ ਦਾ ਇਸ ਸਮੇਂ ਅੰਤਿਮ ਦਰਸ਼ਨ ਨੇ, ਆਖਰੀ ਸਫ਼ਰ ਹੈ, ਉਸ ਦੀਆਂ ਤਸਵੀਰਾਂ ਸਾਰੇ ਪੰਜਾਬ ਤੱਕ ਪਹੁੰਚਣ। ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਪ੍ਰੇਰਿਤ ਹੋਣਗੀਆਂ। ਸਭ ਦੇ ਜ਼ਿਹਨ ਦੇ ਵਿੱਚ ਰਹੇ ਕਿ ਆਖਿਰ ਜੇ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ, ਜੇ ਅੱਜ ਅਸੀਂ ਬੇਫਿਕਰ ਹੋ ਕੇ ਰਾਤ ਨੂੰ ਸੌਂਦੇ ਹਾਂ ਤਾਂ ਇਹਨਾਂ ਕੁਰਬਾਨੀਆਂ ਦੀ ਵਜ੍ਹਾ ਦੇ ਨਾਲ ਹੀ ਹੈ। ਰੁਕ ਕਰਦੇ ਹਾਂ ਅਸੀਂ ਗੁਰਦਾਸਪੁਰ ਤੋਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਂਦੇ ਹਾਂ। ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਜੁੜ ਰਹੇ ਨੇ। ਰਾਜੀਵ, ਬਹੁਤ ਹੀ ਇੱਕ ਅਜਿਹਾ ਮੌਕਾ ਹੈ, ਗਮਗੀਨ ਮਾਹੌਲ ਹੋਏਗਾ ਹਰ ਪਾਸੇ। ਦੂਜੇ ਪਾਸੇ ਸਮਝਣਾ ਚਾਹੁੰਦੇ ਹਾਂ ਕਿ ਮ੍ਰਿਤਕ ਪਹੁੰਚ ਚੁੱਕੀ ਹੈ, ਕੌਣ ਕੌਣ ਉੱਥੇ ਪਹੁੰਚਿਆ ਹੋਇਆ, ਕਿੰਨੀ ਦੇਰ ਦੇ ਵਿੱਚ ਅੰਤਿਮ ਵਿਦਾਈ ਦਿੱਤੀ ਜਾਣੀ ਹੈ? ਰਾਜੀਵ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਕੁਝ ਤਸਵੀਰਾਂ ਸਾਡੇ ਕੋਲ ਪਹੁੰਚ ਰਹੀਆਂ, ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਪੂਰਥਲਾ ਤੋਂ, ਰੋਪੜ ਤੋਂ ਤੇ ਬਟਾਲਾ ਤੋਂ ਜਿਹੜੇ 3 ਜਵਾਨ ਦੇਸ਼ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਘਰਾਂ ਤੋਂ ਸਿੱਧੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਥੋੜੀ ਦੇਰ ਦੇ ਵਿੱਚ ਜਿਹੜਾ ਅੰਤਿਮ ਰਸਮਾਂ ਉਹ ਨਿਭਾਈਆਂ ਜਾਣਗੀਆਂ। ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਆਖਰੀ ਵਿਦਾਈ ਦਿੱਤੀ ਜਾਵੇਗੀ। ਤੇ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮ੍ਰਿਤਕ ਦੇਹਾਂ ਜਦੋਂ ਪਹੁੰਚੀਆਂ ਨੇ ਉਹਨਾਂ ਦੇ ਜੱਦੀ ਪਿੰਡ ਤਾਂ ਉਸ ਸਮੇਂ ਦੀਆਂ ਇਹ ਤਸਵੀਰਾਂ ਤਾਂ ਬਹੁਤ ਵੱਡੀ ਕੁਰਬਾਨੀ, ਸਭ ਤੋਂ ਵੱਡਾ ਬਲੀਦਾਨ ਆਪਣੀ ਜਾਨ ਕੁਰਬਾਨ ਕਰ ਦੇਣਾ ਹੁੰਦਾ ਹੈ। ਉਹਨਾਂ ਪਰਿਵਾਰਾਂ ਦੇ ਲਈ ਵੀ ਇੱਕ ਬਹੁਤ ਔਖੀ ਘੜੀ, ਕਿਉਂਕਿ ਤਿੰਨੇ ਪਰਿਵਾਰਾਂ ਦਾ ਅਸੀਂ ਜ਼ਿਕਰ ਕਰੀਏ ਬਹੁਤ ਯੰਗ ਏਜ ਦੇ ਵਿੱਚ ਇਹ ਤਿੰਨੋਂ ਜਵਾਨ ਇਸ ਦੁਨੀਆ ਤੋਂ ਜਾ ਰਹੇ ਨੇ। ਸਿਪਾਹੀ ਗੱਜਣ ਸਿੰਘ ਦਾ ਅਸੀਂ ਜ਼ਿਕਰ ਕਰੀਏ ਤਾਂ ਸਿਰਫ 27 ਸਾਲ ਦੀ ਉਮਰ ਸੀ। ਕਰੀਬ 7 ਤੋਂ 8 ਮਹੀਨੇ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ ਤੇ ਇਹ ਜਿਹੜੇ ਜਵਾਨ ਸ਼ਹੀਦ ਹੋਏ ਨੇ, ਇਹ ਵੀ ਜਾਣਕਾਰੀ ਹੈ ਕਿ 14 ਜਾਂ 15 ਤਰੀਕ ਨੂੰ ਇਹਨਾਂ ਦੀ ਛੁੱਟੀ ਤੇ ਇਹਨਾਂ ਨੇ ਆਪਣੇ ਪਿੰਡ ਪਰਤਣਾ ਸੀ ਤੇ ਹੁਣ ਜਦੋਂ ਪਿੰਡ ਪਰਤੇ ਨੇ ਤਾਂ ਕੁਝ ਇਸ ਤਰੀਕੇ ਦੇ ਨਾਲ, ਜਦੋਂ ਹਰ ਕਿਸੇ ਦੀ ਅੱਖਾਂ ਦੇ ਵਿੱਚ ਹੰਝੂ ਨੇ, ਹਰ ਕੋਈ ਯਾਦ ਕਰ ਰਿਹਾ ਹੈ, ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰ ਰਿਹਾ ਹੈ, ਉਹਨਾਂ ਦੀ ਕੁਰਬਾਨੀ ਦੇ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ। ਪਰ ਪਰਿਵਾਰ ਤਾਂ ਪਰਿਵਾਰ ਹੈ, ਹਰ ਪਾਸੇ ਸੋਗ ਦੀ ਲਹਿਰ ਹੈ। ਬੇਸ਼ੱਕ ਬਹੁਤ ਮਾਣ ਹੋਵੇ ਉਹਨਾਂ ਨੂੰ, ਪਰ ਉਹਨਾਂ ਦੇ ਪਰਿਵਾਰ ਦਾ ਇੱਕ ਜੀ ਚਲਾ ਗਿਆ ਹੈ।
ਤਾਂ ਉਹ ਜਿਹੜਾ ਘਾਟਾ ਹੈ ਉਹ ਸ਼ਾਇਦ ਪੂਰਾ ਕਦੇ ਵੀ ਨਹੀਂ ਹੋ ਸਕਦਾ। ਜਦੋਂ ਆਰਮੀ ਦੇ ਟਰੱਕ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਉੱਥੇ ਆਰਮੀ ਦੀ ਗੱਡੀ ਦੇ ਵਿੱਚ ਪਹੁੰਚੇ ਨੇ ਤਾਂ ਉਸ ਸਮੇਂ ਫੁੱਲਾਂ ਦੀ ਵਰਖਾ ਵੀ ਹੋਈ। ਆਮ ਤੌਰ ਤੇ ਜਦੋਂ ਕੋਈ ਜਵਾਨ ਮੌਤ ਹੁੰਦੀ ਹੈ ਤਾਂ ਉਸ ਸਮੇਂ ਇਸ ਤਰ੍ਹਾਂ ਫੁੱਲਾਂ ਦੀ ਵਰਖਾ ਨਹੀਂ ਹੁੰਦੀ। ਇਹ ਜਿਹੜੇ ਸਾਡੇ ਸਮਾਜ ਦੇ ਰੀਤੀ ਰਿਵਾਜ ਨੇ ਉਹਨਾਂ ਦਾ ਮੈਂ ਜ਼ਿਕਰ ਕਰ ਰਿਹਾ, ਪਰ ਇਹ ਕੁਰਬਾਨੀ ਬਹੁਤ ਵੱਡੀ ਹੈ। ਜਦੋਂ ਦੇਸ਼ ਦੇ ਲਈ ਕੋਈ ਕੁਰਬਾਨ ਹੋ ਜਾਏ ਤਾਂ ਉਸ ਤੋਂ ਬਾਅਦ ਕੁਝ ਅਜਿਹੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ। ਸਲਾਮੀ ਉਹਨਾਂ ਨੂੰ, ਫੁੱਲਾਂ ਦੀ ਉਹਨਾਂ ਦੇ ਉੱਤੇ ਵਰਖਾ, ਉਹਨਾਂ ਦੀ ਮ੍ਰਿਤਕ ਦੇਹ ਦੇ ਉੱਤੇ ਫੁੱਲਾਂ ਦੀ ਵਰਖਾ, ਪਰਿਵਾਰ ਆਖਰੀ ਦਰਸ਼ਨ ਉਹਨਾਂ ਦੇ ਕਰ ਰਿਹਾ ਹੈ। ਨਹੀਂ ਸੋਚਿਆ ਹੁੰਦਾ ਕਿਸੇ ਨੇ ਕਿ ਇਹ ਦਿਨ ਆ ਜਾਏਗਾ ਜਦੋਂ ਕੋਈ ਆਰਮੀ ਦੇ ਵਿੱਚ ਕਿਸੇ ਨੂੰ ਭੇਜਦਾ ਆਪਣੇ ਪਰਿਵਾਰਕ ਮੈਂਬਰ ਨੂੰ। ਜ਼ਹਿਨ ਦੇ ਵਿੱਚ ਕਿਤੇ ਨਾ ਕਿਤੇ ਸ਼ਾਇਦ ਜ਼ਰੂਰ ਹੋਏਗਾ ਕਿ ਜਦੋਂ ਕਿਸੇ ਦੀ ਪੋਸਟਿੰਗ ਅਜਿਹੇ ਥਾਵਾਂ ਦੇ ਉੱਤੇ ਹੁੰਦੀ ਹੈ ਜਿੱਥੇ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਤਾਂ ਉਹ ਇੱਕ ਜ਼ਹਿਨ ਦੇ ਵਿੱਚ ਜ਼ਰੂਰ ਹੁੰਦਾ ਹੈ। ਤਾਂ ਤਸਵੀਰਾਂ ਅਸੀਂ ਤੁਹਾਨੂੰ ਬਟਾਲਾ ਤੋਂ ਦਿਖਾ ਰਹੇ ਹਾਂ। ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਵੀ ਸਾਡੇ ਨਾਲ ਇਸ ਸਮੇਂ ਜੁੜ ਰਹੇ ਨੇ। ਰਾਜੀਵ ਕੀ ਕੁਝ ਦੇਖ ਪਾ ਰਹੇ ਹੋ? जी हाँ, बिल्कुल इस ਵੇਲੇ पूरा गमगीन माहौल है क्योंकि कल तो जो ये खबर मिली कि गुरदासपुर के ਚੱਠਾ पिंड का रहने वाला जो शहीद मनदीप सिंह है उसने देश की राखी के लिए जो है शहादत का जाम पीता तो उदों तो ही लगातार परिवार के नाल लोग जो है दुख साझा करने के लिए पहुंच रहे सी। इस वेले ਦੀਆਂ ਜਿਹੜੀਆਂ ਤਸਵੀਰਾਂ टीवी स्क्रीन ਤੇ ਨਜ਼ਰ ਆ ਰਹੀਆਂ ਨੇ ਗੁਰਦਾਸਪੁਰ ਦਾ ਜੋ ਪਿੰਡ ਚੱਠਾ ਜਿੱਥੇ ਕਿ ਇਸ ਵੇਲੇ ਤੁਸੀਂ ਦੇਖੋ ਕਿ ਵੱਡੀ ਤਾਦਾਦ ਦੇ ਵਿੱਚ ਭਾਵੇਂ ਉਹ ਸਾਬਕਾ ਫੌਜੀ ਹੋਣ ਜਾਂ ਫਿਰ ਸਿਆਸਤਦਾਨ ਨੇ ਜਾਂ ਫਿਰ ਆਸ-ਪਾਸ ਦੇ ਜਿਹੜੇ ਲੋਕ ਨੇ ਕਿਉਂਕਿ ਮਨਦੀਪ ਸਿੰਘ ਇੱਕ ਫੌਜੀ ਹੋਣ ਦੇ ਨਾਤੇ ਨਾਲ ਜੋ ਹੈ ਇੱਕ ਵਧੀਆ ਪਲੇਅਰ ਵੀ ਸੀ। ਤਾਂ ਪਿੰਡ ਦੇ ਵਿੱਚ ਜੋ ਫੁੱਟਬਾਲ ਦੀ ਟੀਮ ਹੈ ਉਸ ਦੇ ਵਿੱਚ ਵੀ ਉਹ ਹਮੇਸ਼ਾ ਜੋ ਹੈ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ ਔਰ ਪਰਿਵਾਰ ਦੇ ਵਿੱਚ 3 ਭਰਾ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੱਡਾ ਭਰਾ ਜੋ ਹੈ ਉਹ ਫਿਲਹਾਲ ਫੌਜ ਦਾ ਹੀ ਭਾਰਤੀ ਫੌਜ ਦਾ ਹਿੱਸਾ ਹੈ। ਭਾਰਤੀ ਫੌਜ ਦੇ ਵਿੱਚ ਉਹ ਆਪਣੀ ਜਿਹੜੀ ਸੇਵਾ ਉਹ ਨਿਭਾ ਰਿਹਾ। ਤਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਇਸ ਜ਼ਿਕਰ ਪਿੰਡ ਦੇ ਵਿੱਚ ਅਸੀਂ ਪੂਰੇ ਜੋ ਫੌਜ ਦੇ ਨਾਲ ਲਗਾਵ ਦੀ ਗੱਲ ਕਰੀਏ ਤਾਂ 30 ਦੇ ਕਰੀਬ ਦੱਸਿਆ ਜਾ ਰਿਹਾ ਕਿ ਜੋ ਨੌਜਵਾਨ ਨੇ ਉਹ ਭਾਰਤੀ ਫੌਜ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਭਾ ਰਹੇ ਨੇ। ਤਾਂ ਗਮਗੀਨ ਮਾਹੌਲ ਹੈ। ਦੂਸਰੇ ਪਾਸੇ ਤਸਵੀਰ ਇਸ ਵੇਲੇ ਦੀ ਜਿਹੜੀ ਉਹ ਬਹੁਤ ਕੁਝ ਬਿਆਨ ਕਰ ਰਹੀ ਕਿਉਂਕਿ ਆਮ ਤੌਰ ਤੇ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਸ਼ਾਇਦ ਇਸ ਤਰੀਕੇ ਦਾ ਮਾਹੌਲ ਨਜ਼ਰ ਨਹੀਂ ਆਉਂਦਾ। ਕੁਝ ਰਿਸ਼ਤੇਦਾਰ ਜਾਂ ਆਸ-ਪਾਸ ਦੇ ਲੋਕ ਜ਼ਰੂਰ ਨਜ਼ਰ ਆਉਂਦੇ ਨੇ ਪਰ ਜਦੋਂ ਕੋਈ ਦੇਸ਼ ਦੇ ਲਈ ਸ਼ਹੀਦ ਹੁੰਦਾ ਹੈ, ਦੇਸ਼ ਦੇ ਲਈ ਸ਼ਹਾਦਤ ਦਾ ਜਾਮ ਪੀਂਦਾ ਤਾਂ ਉਦੋਂ ਇਹ ਜਿਹੜੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸ਼ਮਸ਼ਾਨ ਘਾਟ ਦੇ ਆਲੇ ਦੁਆਲੇ ਭਾਵੇਂ ਉਹ ਛੱਤਾਂ ਹੋਣ ਜਾਂ ਫਿਰ ਇੱਥੇ ਜੋ ਪਾਣੀ ਦੀ ਟੈਂਕੀ ਹੈ ਬਿਲਕੁਲ ਨੇੜੇ ਉੱਥੇ ਵੀ ਤੁਸੀਂ ਦੇਖ ਸਕਦੇ ਕਿ ਪਾਣੀ ਦੀ ਟੈਂਕੀ ਦੇ ਉੱਪਰ ਤੱਕ ਲੋਕ ਜੋ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸ਼ਹੀਦ ਜੋ ਹੈ। ਹਾਲਾਂਕਿ ਕੁਝ ਦੇਰ ਪਹਿਲਾਂ ਇੱਥੇ ਬਹੁਤ ਸਾਰੇ ਲੋਕ ਚੜੇ ਸੀ, ਉਹਨਾਂ ਨੂੰ ਪੁਲਿਸ ਵੱਲੋਂ ਹੁਣ ਹੇਠਾਂ ਉਤਾਰ ਦਿੱਤਾ ਗਿਆ ਤਾਂ ਇਸ ਕਰਕੇ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨਾ ਵਾਪਰੇ। ਪਰ ਦੂਸਰੇ ਪਾਸੇ ਤੁਸੀਂ ਦੇਖੋ ਕਿ ਸ਼ਮਸ਼ਾਨ ਘਾਟ ਦੇ ਅੰਦਰ ਜਾਂ ਬਾਹਰ ਦੀ ਮੈਂ ਗੱਲ ਕਰਾਂ ਤਾਂ ਇੱਥੇ ਜੋ ਕੈਬਨਿਟ ਮੰਤਰੀ ਨੇ ਤ੍ਰਿਪਤ ਰਜਿੰਦਰ ਬਾਜਵਾ ਉਹ ਵੀ ਨਜ਼ਰ ਆ ਰਹੇ ਨੇ। ਕਾਫੀ ਦੇਰ ਤੋਂ ਉਹਨਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਕਿ ਸ਼ਹੀਦ ਦਾ ਜਿਹੜੀ ਮ੍ਰਿਤਕ ਦੇਹ ਆ ਜਦੋਂ ਇੱਥੇ ਲਿਆਂਦੀ ਜਾਏਗੀ ਤਾਂ ਉਹਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ, ਸ਼ਰਧਾਂਜਲੀ ਜਿਹੜੀ ਆ ਉਹ ਅਰਪਿਤ ਕੀਤੀ ਜਾਏਗੀ। ਤਾਂ ਇੰਤਜ਼ਾਰ ਕੀਤਾ ਜਾ ਰਿਹਾ। ਤਾਂ ਜੇਕਰ ਮੈਂ ਘਰ ਦਾ ਜੋ ਮਾਹੌਲ ਕੁਝ ਦੇਰ ਪਹਿਲਾਂ ਅਸੀਂ ਤਸਵੀਰਾਂ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਦੇਸ਼ ਦਾ ਹਰ ਇੱਕ ਨਾਗਰਿਕ ਇਹ ਜਾਣਨਾ ਚਾਹੁੰਦਾ ਕਿ ਆਖਿਰਕਾਰ ਦੇਸ਼ ਦੇ ਲਈ ਜੋ ਸ਼ਹੀਦ ਹੁੰਦਾ ਹੈ, ਦੇਸ਼ ਦੇ ਲਈ ਜੋ ਕੁਰਬਾਨੀ ਦਿੰਦਾ ਤਾਂ ਉਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਨਾਲ ਜਾਂ ਉਸ ਦੀ ਜਿਹੜੀ ਸ਼ਹਾਦਤ ਨੂੰ ਕਿਸ ਤਰੀਕੇ ਦੇ ਨਾਲ ਸਲਾਮ ਕੀਤਾ ਜਾਂਦਾ। ਤਾਂ ਭਾਰਤੀ ਫੌਜ ਦੀਆਂ ਜਿਹੜੀਆਂ ਟੁਕੜੀਆਂ ਨੇ ਵੱਖ-ਵੱਖ ਉਹ ਵੀ ਇੱਥੇ ਪਹੁੰਚੀਆਂ ਨੇ। ਜੋ ਆਰਮੀ ਬੈਂਡ ਹੈ ਉਸ ਵੱਲੋਂ ਜੋ ਹੈ ਉਸ ਸ਼ਹੀਦ ਦਾ ਜੋ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਘਰ ਤੱਕ ਪਹੁੰਚਾਇਆ ਗਿਆ। ਔਰ ਇਸ ਵੇਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਭਾਰਤੀ ਫੌਜ ਦੇ ਜਿਹੜੇ ਜਵਾਨ ਨੇ ਉਹ ਇੱਥੇ ਮੌਜੂਦ ਨੇ ਕਿਉਂਕਿ ਜਿਹੜੇ ਫੌਜ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਵੱਲੋਂ ਜੋ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਣੀ ਹੈ। ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਭਾਵੇਂ ਉਹ ਪ੍ਰਸ਼ਾਸਨਿਕ ਅਧਿਕਾਰੀ ਹੋਣ, ਸਿਆਸਤਦਾਨ ਨੇ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਸੰਬੰਧਿਤ ਉਹ ਵੀ ਇੱਥੇ ਪਹੁੰਚੇ ਹੋਏ ਨੇ। ਖਾਸ ਤੌਰ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸੁੱਚਾ ਸਿੰਘ ਛੋਟੇਪੁਰ, ਤ੍ਰਿਪਤ ਰਜਿੰਦਰ ਬਾਜਵਾ ਔਰ ਗੁਰਦਾਸਪੁਰ ਦੇ ਜੋ ਡਿਪਟੀ ਕਮਿਸ਼ਨਰ ਨੇ, ਐਸਪੀ ਨੇ, ਐਸਐਸਪੀ ਨੇ ਉਹ ਵੀ ਇੱਥੇ ਪਹੁੰਚੇ ਨੇ। ਤਾਂ ਕੁਝ ਹੀ ਪਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਈਵ ਵੀ ਜੁੜ ਸਕੀਏ, ਅਸੀਂ ਬਟਾਲਾ ਤੋਂ ਤਸਵੀਰਾਂ ਸਿੱਧੀਆਂ ਪਹੁੰਚਾ ਸਕੀਏ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਰਾਜੀਵ, ਗੱਲਬਾਤ ਜਾਰੀ ਰਹੇਗੀ, ਤਸਵੀਰਾਂ ਤੁਸੀਂ ਦਿਖਾਉਂਦੇ ਰਹਿਣਾ ਤੇ ਮੈਂ ਸਿੱਧਾ ਰੁਕ ਕਰਦਾ ਇੱਕ ਵਾਰ ਨੂਰਪੁਰ ਬੇਦੀ ਦਾ ਜਿੱਥੋਂ ਮਨੋਜ ਰਾਠੀ ਸਾਡੇ ਨਾਲ ਨੇ, ਸ਼ਹੀਦ ਗੱਜਣ ਸਿੰਘ ਦੇ ਘਰ ਦੇ ਵਿੱਚ ਮੌਜੂਦ ਨੇ, ਉਸ ਥਾਂ ਤੇ ਜਿੱਥੇ ਉਹਨਾਂ ਦੀ ਮ੍ਰਿਤਕ ਦੇਹ ਲਿਆਂਦੀ ਗਈ ਹੈ। ਮਨੋਜ ਦਾ ਰੁਕ ਕਰਦਾ। ਮਨੋਜ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ, ਕੀ ਕੁਝ ਇਸ ਸਮੇਂ ਉੱਥੇ ਮਾਹੌਲ, ਕੀ ਕੁਝ ਦੇਖ ਪਾ ਰਹੇ ਹੋ ਤੁਸੀਂ? बिल्कुल गौरव, माहौल जोड़ा है वो काफ़ी गमगीन है क्योंकि मृतक देह जोड़ा है वो पहुँच चुका है। लेकिन तुसी समझ सकते हो कि एक परिवार ते किस तरह बीत रही होगी कि
ਹਜੇ ਚੂੜਾ ਵੀ ਨਹੀਂ ਜਿਹੜਾ ਹੈ ਉਹਦੀ ਧਰਮ ਪਤਨੀ ਦਾ ਹਜੇ ਚੂੜਾ ਵੀ ਨਹੀਂ ਉਤਰਿਆ। ਫਰਵਰੀ 'ਚ ਮੈਰਿਜ ਹੋਈ ਸੀ ਗੱਜਣ ਸਿੰਘ ਦੀ। 27 ਸਾਲ ਦਾ ਗੱਜਣ ਸਿੰਘ ਆਪਣੇ ਘਰ ਦਾ ਇਕਲੌਤਾ ਕਮਾਉਣ ਵਾਲਾ ਸੀਗਾ ਤੇ ਹੁਣ ਤੱਕ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਅਜੇ ਬਹੁਤ ਸਦਮੇ 'ਚ ਹੈ। ਹਾਲਾਂਕਿ ਪੂਰਾ ਦੇਸ਼ ਜਿਹੜਾ ਹੈ ਉਹ ਸ਼ਹਾਦਤ ਨੂੰ ਸਲਾਮ ਤਾਂ ਕਰ ਰਿਹਾ, ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਪਰਿਵਾਰਿਕ ਦੀ, ਤੇ ਪਰਿਵਾਰ ਤੇ ਕੀ ਗੁਜ਼ਰਦੀ ਹੋਣੀ ਇਸ ਸਮੇਂ ਇਹ ਪਰਿਵਾਰ ਹੀ ਜਾਣਦਾ ਹੈ ਗੌਰਵ, ਕਿਉਂਕਿ ਇਸ ਸਮੇਂ ਜਿਹੜਾ ਮਾਹੌਲ ਜਿਹੜਾ ਉਹ ਕਾਫੀ ਗਮਗੀਨ ਹੈ। ਇਹਦੇ ਨਾਲ ਜਿਹੜੇ ਸਿਆਸਤਦਾਨ ਨੇ ਉਹ ਵੀ ਇੱਥੇ ਪਹੁੰਚੇ ਨੇ। ਯੂਥ ਕਾਂਗਰਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਵਰਿੰਦਰ ਢਿੱਲੋਂ ਉਹ ਵੀ ਇੱਥੇ ਪਹੁੰਚੇ ਨੇ ਤੇ ਥੋੜੀ ਦੇਰ ਤੱਕ ਦੱਸਿਆ ਜਾ ਰਿਹਾ ਹੈ ਕਿ ਸੀਐਮ ਚਰਨਜੀਤ ਸਿੰਘ ਚੰਨੀ ਵੀ ਇੱਥੇ ਪਹੁੰਚ ਰਹੇ ਨੇ ਤੇ ਸਿੱਧਾ ਲਾਈਵ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼, ਸਾਂਝਾ ਜਿਹੜੀ ਤਸਵੀਰਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ, ਕਿਉਂਕਿ ਮਾਹੌਲ ਜਿਹੜਾ ਹੈ ਉਹ ਕਾਫੀ ਔਰ ਗਮਗੀਨ ਹੈ ਪੂਰੇ ਪਿੰਡ ਦਾ। ਜਿਹੜਾ ਨੂਰਪੁਰ ਬੇਦੀ ਦੇ ਨਾਲ ਜਿਹੜਾ ਪਿੰਡ ਹੈ ਪਚਰੰਡਾ, ਇਹ ਪਿੰਡ ਹੈ ਜਿੱਥੇ ਦਾ ਰਹਿਣ ਵਾਲਾ ਗੱਜਣ ਸਿੰਘ ਹੈ। ਉਹਨਾਂ ਦੇ ਜਿਹੜੇ ਮਿੱਤਰ ਨੇ, ਉਹਨਾਂ ਦੇ ਜਿਹੜੇ ਨਾਲ ਖੇਡੇ ਹੋਏ ਜਿਹੜੇ ਸਾਥੀ ਹੈ, ਉਹਨਾਂ ਨਾਲ ਵੀ ਅਸੀਂ ਗੌਰਵ ਗੱਲਬਾਤ ਕੀਤੀ ਸੀ ਤਾਂ ਉਹਨਾਂ ਵੱਲੋਂ ਜਿਹੜੀ ਸਾਂਝਾ ਕੀਤੀ ਗਈ ਕਿ ਕਿਸ ਤਰ੍ਹਾਂ ਦਾ ਗੱਜਣ ਸਿੰਘ ਸੀਗਾ। ਉਹਦੀ ਜਿਹੜੀ ਆਰਮੀ ਆਫੀਸਰਸ ਵੀ ਗੌਰਵ ਇੱਥੇ ਪਹੁੰਚੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਆਰਮੀ ਜਿਹੜੇ ਆਫੀਸਰਸ ਨੇ, ਜਿਹੜੇ ਕਮਾਂਡੈਂਟ ਆਫੀਸਰਸ ਨੇ, ਉਹ ਵੀ ਇੱਥੇ ਪਹੁੰਚੇ ਨੇ ਗੱਜਣ ਸਿੰਘ ਦੇ ਮ੍ਰਿਤਕ ਦੇਹ ਨੂੰ ਇੱਥੇ ਲੈ ਕੇ। ਜਿਹੜੀ ਫੌਜ ਪਹੁੰਚੀ ਸੀ ਤੇ ਹੁਣ ਇੱਥੇ ਜਿਹੜੇ ਆਫੀਸਰਸ ਨੇ, ਕਮਾਂਡੈਂਟ ਆਫੀਸਰਸ ਨੇ, ਉਹ ਵੀ ਇੱਥੇ ਪਹੁੰਚੇ ਨੇ। ਤੇ ਗੌਰਵ ਮੈਂ ਦੱਸਿਆ ਸੀ ਤੁਹਾਨੂੰ ਕਿ ਜਿਹੜੇ ਮਿੱਤਰ ਨੇ, ਉਹਨਾਂ ਦੇ ਜਿਹੜੇ ਪੁਰਾਣੇ ਦੋਸਤ ਮਿੱਤਰ ਜਿਹੜੇ ਪੜ੍ਹੇ ਨੇ ਉਹਨਾਂ ਦੇ ਨਾਲ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਂਝਾ ਕੀਤੀ ਜਿਹੜੀ ਯਾਦਾਂ ਗੱਜਣ ਸਿੰਘ ਦੀ, ਕਿ ਗੱਜਣ ਸਿੰਘ ਦੀ ਆਦਤ ਸੀਗੀ, ਉਹ ਬਾਰ-ਬਾਰ ਇਹੀ ਕਹਿੰਦਾ ਸੀਗਾ ਕਿ ਮੇਰੇ ਬਿਨਾਂ ਤੁਸੀਂ ਕੋਈ ਪਾਰਟੀ ਨਾ ਕਰਿਓ, ਮੇਰੇ ਬਿਨਾਂ ਕੋਈ ਤੁਸੀਂ ਫੰਕਸ਼ਨ 'ਚ ਨਾ ਜਾਇਓ, ਕੋਈ ਮੇਰਾ ਜੇ ਮੈਨੂੰ ਛੁੱਟੀ ਇਸ ਟਾਈਮ 'ਚ ਮਿਲਦੀ ਹੈ, ਜਦ ਮੈਨੂੰ ਛੁੱਟੀ ਮਿਲੂਗੀ ਤਾਂ ਅਸੀਂ ਫੰਕਸ਼ਨ 'ਤੇ ਇੰਜੋਏ ਕਰਾਂਗੇ, ਅਸੀਂ ਕਾਰਜਕ੍ਰਮ 'ਚ ਜਾਵਾਂਗੇ, ਕਿਸੇ ਪਾਰਟੀ 'ਚ ਜਾਵਾਂਗੇ। ਇਹ ਇਸ ਤਰ੍ਹਾਂ ਦੀ ਜਿਹੜੀ ਹੁਣ ਦੇਖੋ ਗੌਰਵ, ਹੁਣ ਜਿਹੜੀ ਯਾਦਾਂ ਹੀ ਰਹਿ ਗਈ ਹੈ। ਲੇਕਿਨ ਇੱਕ ਜਿਹੜਾ ਪਰਿਵਾਰ ਦਾ ਜਿਹੜਾ ਬੇਟਾ ਹੈ, ਹੁਣ ਜਿਹੜੇ ਅਫਸਰਸ ਇੱਥੇ ਪਹੁੰਚੇ ਨੇ, ਸਿੱਧੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਅਫਸਰਸ ਪਹੁੰਚੇ ਨੇ ਹੁਣ ਮ੍ਰਿਤਕ ਦੇਹ ਨੂੰ ਸਲਾਮ ਕਰਦੇ ਹੋਏ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਮਾਂਡੈਂਟ ਆਫੀਸਰਸ ਇੱਥੇ ਪਹੁੰਚੇ ਨੇ ਤੇ ਮ੍ਰਿਤਕ ਦੇਹ ਨੂੰ ਸਲਾਮ ਕੀਤਾ ਹੈ ਤੇ ਬੜਾ ਗਮਗੀਨ ਮਾਹੌਲ ਜ਼ਰੂਰ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਗੌਰਵ, ਕਿ ਇਸ ਸਮੇਂ ਅਸੀਂ ਕੁਝ ਨਹੀਂ ਕਹਿ ਸਕਦੇ। ਪਰਿਵਾਰ ਨਾਲ ਲਗਾਤਾਰ ਸਾਡੀ ਗੱਲਬਾਤ ਹੋਈ ਹੈ, ਲੇਕਿਨ ਬਾਰ-ਬਾਰ ਉਹਨਾਂ ਨੂੰ ਵੀ ਅਸੀਂ ਡਿਸਟਰਬ ਨਹੀਂ ਕਰਾਂਗੇ। ਲੇਕਿਨ ਹੁਣ ਜਿਹੜੀ ਸਿਚੁਏਸ਼ਨ ਨੇ, ਕੋਸ਼ਿਸ਼ ਜਿਹੜੇ ਕਮਾਂਡੈਂਟ ਆਫੀਸਰਸ ਨੇ ਉਹਨਾਂ ਨਾਲ ਵੀ ਜ਼ਰੂਰ ਜਸਦੀਪ ਸੰਧੂ ਜੀ ਨੇ ਜਿਹੜੇ ਕਮਾਂਡੈਂਟ ਆਫੀਸਰਸ ਨੇ ਤੇ ਉਹ ਵੀ ਸਾਡੇ ਨਾਲ ਜੁੜਨਗੇ। ਕੋਸ਼ਿਸ਼ ਅਸੀਂ ਕਰਾਂਗੇ ਉਹਨਾਂ ਨਾਲ ਜੇ ਗੱਲਬਾਤ ਹੋ ਸਕੇ, ਲੇਕਿਨ ਹਜੇ ਮਾਹੌਲ ਜਿਹੜਾ ਹੈਗਾ ਗਮਗੀਨ ਹੈ ਤੇ ਹਜੇ ਕੋਈ ਗੱਲਬਾਤ ਨਹੀਂ ਕਰ ਰਿਹਾ, ਕਿਉਂਕਿ ਸਮਝ ਸਕਦੇ ਅਸੀਂ ਵੀ ਕਿ ਇਸ ਸਮੇਂ ਜਿਹੜੀ ਸਿਚੁਏਸ਼ਨ ਹੈ ਗੌਰਵ, ਕਿ ਇਸ ਸਮੇਂ ਜਿਹੜੀ ਗਮਗੀਨ ਮਾਹੌਲ ਹੈ ਤੇ ਮ੍ਰਿਤਕ ਦੇਹ ਨੂੰ ਇੱਥੇ ਲਾਇਆ ਗਿਆ ਹੈ ਤੇ ਹੁਣ ਕੁਛ ਹੀ ਦੇਰ ਬਾਅਦ ਇੱਥੇ ਨਾਲ ਹੀ ਇੱਕ ਕਮਿਊਨਿਟੀ ਹਾਲ ਬਣਾਇਆ ਗਿਆ ਹੈ ਜਿੱਥੇ ਹੁਣ ਬੋਡੀ ਇੱਥੇ ਰੱਖੂਗੀ ਤੇ ਸੀਐਮ ਚਰਨਜੀਤ ਸਿੰਘ ਸੰਨੀ ਉੱਥੇ ਹੀ ਪਹੁੰਚਣਗੇ ਤੇ ਉਸ ਤੋਂ ਬਾਅਦ ਅੰਤਿਮ ਜਿਹੜੀ ਵਿਦਾਈ ਹੈ ਗੌਰਵ ਗੱਜਣ ਸਿੰਘ ਉਹ ਦਿੱਤੀ ਜਾਊਗੀ ਤੇ ਪੂਰਾ ਜਿਹੜਾ ਜੇ ਆਪਾਂ ਗੱਲ ਕਰੀਏ ਪੂਰਾ ਪਿੰਡ, ਪੂਰੇ ਜਿਹੜੇ ਪਰਿਵਾਰਿਕ ਮੈਂਬਰ ਨੇ, ਮਿੱਤਰ ਨੇ, ਹੋਰ ਜਿਹੜੇ ਰਿਸ਼ਤੇਦਾਰ ਨੇ, ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਮਾਤਾ ਜੀ ਨੇ, ਉਹਨਾਂ ਦੀ ਜਿਹੜੀ ਧਰਮ ਪਤਨੀ ਨੇ, ਉਹ ਉਹਨਾਂ ਤੇ ਕੀ ਬੀਤ ਰਹੀ ਹੋਣੀ, ਇਹ ਸਮਝ ਸਕਦੇ ਅਸੀਂ ਕਿ ਪਰਿਵਾਰ ਤੇ ਕੀ ਬੀਤ ਰਹੀ ਹੋਣੀ। ਤੁਹਾਡੇ ਕੋਲ ਵਾਪਸ ਆਵਾਂਗਾ, ਤਸਵੀਰਾਂ ਤੁਸੀਂ ਦਿਖਾਉਂਦੇ ਰਹਿਣਾ। ਨੂਰਪੁਰ ਬੇਦੀ ਤੋਂ ਸ਼ਹੀਦ ਗੱਜਣ ਸਿੰਘ ਦੇ ਘਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਹਨਾਂ ਦੀ ਮ੍ਰਿਤਕ ਦੇਹ ਉੱਥੇ ਪਹੁੰਚੀ ਹੈ। ਆਖਰੀ ਦਰਸ਼ਨ ਪਿੰਡ ਵਾਸੀ, ਇਲਾਕੇ ਦੇ ਲੋਕ, ਪਰਿਵਾਰ ਵਾਲੇ ਉਹਨਾਂ ਨੂੰ ਇਸ ਸਮੇਂ ਦੇਖ ਰਹੇ ਨੇ, ਉਹਨਾਂ ਦੇ ਆਖਰੀ ਦਰਸ਼ਨ ਕਰ ਰਹੇ ਨੇ। ਕੁਝ ਪਲਾਂ ਦੇ ਵਿੱਚ ਜਿਹੜੀ ਉਹਨਾਂ ਦੇ ਅੰਤਿਮ ਸੰਸਕਾਰ ਦੀ ਰਸਮਾਂ ਨੇ ਉਹ ਨਿਭਾਈਆਂ ਜਾਣਗੀਆਂ। ਮੈਂ ਇੱਕ ਵਾਰ ਫਿਰ ਤੋਂ ਰੁਕ ਕਰਦਾ ਹਾਂ ਬਟਾਲਾ ਦਾ ਪਿੰਡ ਚੱਠਾ ਤੋਂ ਸਾਡੇ ਸਹਿਯੋਗੀ ਰਾਜੀਵ ਸਾਡੇ ਨਾਲ ਨੇ। ਰਾਜੀਵ, ਕੀ ਕੁਝ ਦੇਖ ਪਾ ਰਹੇ ਹੋ ਤੇ ਇਸ ਦੇ ਨਾਲ ਮੁੱਖ ਮੰਤਰੀ ਦੇ ਉੱਥੇ ਪਹੁੰਚਣ ਦੀ ਵੀ ਜਾਣਕਾਰੀ ਸੀ ਕਿ ਆ ਰਹੇ ਨੇ ਸੀਐਮ ਜਾਂ ਨਹੀਂ? ਜੀ ਦੇਖੋ ਗੌਰਵ, ਕੱਲ ਸ਼ਾਮ ਤੱਕ ਇਹੀ ਜਾਣਕਾਰੀ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਇੱਥੇ ਪਹੁੰਚ ਕੇ ਜੋ ਹੈ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨਗੇ, ਪਰ ਦੇਰ ਸ਼ਾਮ ਜੋ ਉਹਨਾਂ ਦੇ ਸਮਾਗਮ ਦੇ ਵਿੱਚ ਕੁਝ ਤਬਦੀਲੀ ਕੀਤੀ ਗਈ ਕਿਉਂਕਿ 3 ਜੋ ਪੰਜਾਬ ਦੇ ਸ਼ਹੀਦ ਹੋਏ ਨੇ ਤਾਂ ਲਗਭਗ ਇੱਕੋ ਸਮੇਂ ਤੇ ਤਿੰਨਾਂ ਦੇ ਜਿਹੜੇ ਅੰਤਿਮ ਸੰਸਕਾਰ ਕੀਤੇ ਜਾਣੇ ਨੇ, ਤਾਂ ਇਸ ਕਰਕੇ ਸੰਭਵ ਨਹੀਂ ਹੈ ਕਿ ਹਰ ਜਗ੍ਹਾ ਤੇ ਉਹ ਪਹੁੰਚ ਸਕਣ। ਤਾਂ ਇਸ ਕਰਕੇ ਪੰਜਾਬ ਦੇ ਜੋ ਕੈਬਨਿਟ ਮੰਤਰੀ ਨੇ ਤ੍ਰਿਪਤ ਰਜਿੰਦਰ ਬਾਜਵਾ ਔਰ ਇਸ ਹਲਕੇ ਤੋਂ ਉਹ ਵਿਧਾਇਕ ਵੀ ਨਹੀਂ, ਤਾਂ ਇਸ ਕਰਕੇ ਉਹ ਪਹੁੰਚੇ ਨੇ ਔਰ ਕਿਹਾ ਜਾ ਰਿਹਾ ਕਿ ਹੋ ਸਕਦਾ ਕਿ ਬਾਅਦ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਮੁੱਖ ਮੰਤਰੀ ਆਉਣ। ਪਰ ਅੱਜ ਦੀ ਜੇਕਰ ਮੈਂ ਗੱਲ ਕਰਾਂ ਤਾਂ ਫਿਲਹਾਲ ਜੋ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਹੀ ਇੱਥੇ ਇਸ ਵੇਲੇ ਸਰਕਾਰ ਵੱਲੋਂ ਜੋ ਹੈ ਸ਼ਹੀਦ ਨੂੰ
ਸ਼ਰਧਾਂਜਲੀ ਭੇਂਟ ਕਰਨ ਦੇ ਲਈ ਪਹੁੰਚੇ ਨੇ। ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿਆਸਤਦਾਨਾਂ ਤੋਂ ਇਲਾਵਾ ਵੱਡੀ ਤਾਦਾਦ ਦੇ ਵਿੱਚ ਜਿਹੜੇ ਭਾਵੇਂ ਸ਼ਹੀਦ ਮਨਦੀਪ ਸਿੰਘ ਦੇ ਰਿਸ਼ਤੇਦਾਰ ਹੋਣ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਜੋ GOG ਨੇ, ਸਾਬਕਾ ਫੌਜੀ ਜੋ ਨੇ, ਉਹ ਵੀ ਇੱਥੇ ਪਹੁੰਚੇ ਹੋਏ ਨੇ ਸ਼ਹੀਦ ਦੇ ਅੰਤਿਮ ਦਰਸ਼ਨ ਕਰਨ ਦੇ ਲਈ। ਔਰ ਉਹਨਾਂ ਨੂੰ ਜੋ ਹੈ ਆਪਣੀ ਜਿਹੜੀ ਭਾਵ ਭਿੰਨੀ ਸ਼ਰਧਾਂਜਲੀ ਹੈ ਉਹ ਭੇਟ ਕਰਨ ਦੇ ਲਈ ਵੱਡੀ ਤਾਦਾਦ ਦੇ ਵਿੱਚ ਜਿੱਥੇ ਜਿੱਥੇ ਵੀ ਕੈਮਰੇ ਦੀ ਨਜ਼ਰ ਜਾਏਗੀ ਤੁਸੀਂ ਦੇਖ ਸਕਦੇ ਹੋ ਕਿ ਔਰ ਵੱਡੀ ਤਾਦਾਦ ਜਿਹੜੀ ਹੈ ਉਹ ਨੌਜਵਾਨਾਂ ਦੀ ਇਸ ਵੇਲੇ ਨਜ਼ਰ ਆ ਰਹੀ, ਕਿਉਂਕਿ ਇਹ ਗੱਲ ਸਾਹਮਣੇ ਆਈ ਜਦੋਂ ਅਸੀਂ ਪਰਿਵਾਰ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਦੋਸਤ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਮਨਦੀਪ ਸਿੰਘ ਜੋ ਕਿ ਵਧੀਆ ਪਲੇਅਰ ਵੀ ਸੀ ਔਰ ਉਸ ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ ਕਿ ਉਹ ਖੇਡਾਂ ਦੇ ਨਾਲ ਜੁੜਨ ਔਰ ਭਾਰਤੀ ਫੌਜ ਦੇ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨ। ਤਾਂ ਇੱਕ ਜਿਹੜੀ ਅਸੀਂ ਕਹਿ ਸਕਦੇ ਕਿ ਇੱਕ ਐਸੀ ਗੱਲ ਵੀ ਸੁਣਨ ਨੂੰ ਮਿਲੀ ਜਿਸ ਨੂੰ ਲੈ ਕੇ ਕਾਫੀ ਜੋ ਪਰਿਵਾਰ ਵੀ ਭਾਵੁਕ ਸੀ। ਇਹ ਦੱਸਿਆ ਗਿਆ ਕਿ ਪਿੰਡ ਦੇ ਵਿੱਚ ਕਰੀਬ 30 ਜਿਹੜੇ ਨੌਜਵਾਨ ਨੇ ਉਹ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਨੇ। ਤਾਂ ਅਕਸਰ ਸ਼ਹੀਦ ਮਨਦੀਪ ਸਿੰਘ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਨੌਜਵਾਨ ਫੌਜ ਦੇ ਵਿੱਚ ਨੇ, ਪਰ ਅੱਜ ਤੱਕ ਕਿਸੇ ਦਾ ਗੇਟ ਜੋ ਹੈ ਉਹ ਯਾਦਗਾਰੀ ਨਹੀਂ ਬਣਿਆ। ਤਾਂ ਸ਼ਾਇਦ ਇਹ ਵੀ ਸੇਵਾ ਉਹਨਾਂ ਨੂੰ ਹੀ ਨਿਭਾਉਣੀ ਪਏਗੀ। ਤਾਂ ਅੱਜ ਅਸੀਂ ਕਹਿ ਸਕਦੇ ਹਾਂ ਕਿ ਬਦਕਿਸਮਤੀ ਦੇ ਨਾਲ ਉਹਨਾਂ ਦੀ ਉਹ ਜਿਹੜੀ ਗੱਲ ਹੈ ਉਹ ਬਿਲਕੁਲ ਸਹੀ ਸਾਬਤ ਹੋਈ ਯਾਰ। ਅੱਜ ਪਿੰਡ ਦੇ ਵਿੱਚ ਮਾਹੌਲ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਦੇ ਵਿੱਚ ਸਮਝ ਸਕਦੇ ਹੋ, ਹਰ ਕੋਈ ਭਾਵਕ ਹੈ, ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਪਰ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸ਼ਹੀਦ ਮਨਦੀਪ ਸਿੰਘ ਦੇ 2 ਬੇਟੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਉਮਰ 4 ਸਾਲ ਹੈ ਔਰ ਦੂਸਰਾ ਮਹਿਜ਼ 39 ਦਿਨ ਦੀ ਜਿਹੜੀ ਉਮਰ ਦੱਸੀ ਜਾ ਰਹੀ ਹੈ। ਔਰ 15 ਤੋਂ 20 ਦਿਨ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਮਨਦੀਪ ਸਿੰਘ ਆਪਣੇ ਘਰ ਦੇ ਵਿੱਚ ਆਇਆ ਸੀ ਛੁੱਟੀ ਲੈ ਕੇ, ਉਸ ਤੋਂ ਬਾਅਦ ਫਿਰ ਦੁਬਾਰਾ ਉਸ ਵੱਲੋਂ ਡਿਊਟੀ ਆਪਣੀ ਜੁਆਇਨ ਕੀਤੀ ਗਈ ਔਰ 3-4 ਦਿਨ ਪਹਿਲਾਂ ਲਾਸਟ ਜਿਹੜੀ ਗੱਲ ਹੈ ਵੀਡੀਓ ਕਾਲਿੰਗ ਦੇ ਰਾਹੀਂ ਪਰਿਵਾਰ ਦੇ ਨਾਲ ਹੋਈ ਸੀ। ਤਾਂ ਇਹ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਦੁਬਾਰਾ ਜਦੋਂ ਉਹ ਛੁੱਟੀ ਲੈ ਕੇ ਆਏਗਾ ਤਾਂ ਪਰਿਵਾਰ ਦੇ ਵਿੱਚ ਕਿਉਂਕਿ ਛੋਟਾ ਬੱਚਾ ਹੈ ਤਾਂ ਉਸ ਦੇ ਜਦੋਂ ਵੱਡੇ ਹੋਣ ਤੋਂ ਬਾਅਦ ਕੋਈ ਸਮਾਗਮ ਕੀਤਾ ਜਾਏਗਾ। ਪਰ ਇਹ ਖਬਰ ਜਦੋਂ ਆਉਂਦੀ ਹੈ ਕਿ ਸ਼ਹੀਦ ਮਨਦੀਪ ਸਿੰਘ ਦਾ ਜੋ ਹੈ ਉਹ ਦੁਸ਼ਮਣ ਦੀ ਜਿਹੜੀ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਸ਼ਹਾਦਤ ਹੋ ਚੁੱਕੀ ਹੈ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹਨੂੰ ਵੀ ਇਸ ਬਾਰੇ ਪਤਾ ਬਿਲਕੁਲ ਸ਼ਹਾਦਤ ਹੋਈ ਹੈ। 3 ਜਵਾਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਪੰਜਾਬ ਦੇ 3 ਜਵਾਨਾਂ ਨੇ, ਟੋਟਲ 5 ਜਵਾਨ ਦੇਸ਼ ਦੇ ਸ਼ਹੀਦ ਹੋਏ ਨੇ। ਇੱਕ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤੇ ਇੱਕ ਕੇਰਲਾ ਦੇ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਇਹ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਾਂਗੇ। ਨੂਰਪੁਰ ਬੇਦੀ ਤੋਂ ਵੀ, ਬਟਾਲਾ ਤੋਂ ਵੀ ਤੇ ਕਪੂਰਥਲਾ ਤੋਂ ਵੀ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ।